मगर तुसीं देख सकते हो ये मगर ਜਿਹੜੇ ਲੱਗੇ ਪਏ ਨੇ ਜਿਹੜੇ ਸ਼ੈੱਡ ਬਣੇ ਪਏ ਨੇ ਇਹਦੇ ਵਿੱਚ ਖੁੰਬਾਂ ਦੀ ਕਾਸ਼ਤਕਾਰ ਜਿਹਨੂੰ ਅਸੀਂ ਮਸ਼ਰੂਮ ਕਹਿੰਦੇ ਆ ਉਹਦੀ ਲਗਾਈ ਜਾ ਰਹੀ ਆ। ਕਿਵੇਂ ਖਿਆਲ ਹੈ ਵੀ ਆਪਾਂ ਜਿਹੜੀ ਰਵਾਇਤੀ ਫਸਲਾਂ ਛੱਡ ਕੇ ਤਾਂ ਇਹ ਪੋਲੀ ਹਾਊਸ ਦੀ ਜਿਹੜੀ ਲਗਾਇਆ ਜਾਵੇ। ਇਸ ਕਰਕੇ ਸਾਡੇ ਕੋਲ ਹਾਰਟੀਕਲਚਰ ਫੀਲਡ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਸੀਗੀਆਂ ਜਿਹਦੇ ਵਿੱਚੋਂ ਮੈਂ MSc ਔਲਰੀਕਲਚਰ ਲੈ ਕੇ ਤੇ ਹਾਰਟੀਕਲਚਰ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ, ਨਾਲ ਮਸ਼ਰੂਮ ਫਾਰਮਿੰਗ ਸਟਾਰਟ ਕੀਤੀ। ਹੁਣ ਅੱਗੇ ਅਸੀਂ ਹੋਰ ਪ੍ਰੋਜੈਕਟ ਗਵਰਨਮੈਂਟ ਨੂੰ ਹਾਰਟੀਕਲਚਰ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਲਿਖ ਕੇ ਦਿੱਤੀ ਆ 1 ਏਕੜ ਦੀ। ਉਹ ਪ੍ਰਪੋਜ਼ਲ ਜਿਹੜਾ ਹੈ ਅਸੈਪਟ ਹੋ ਗਿਆ ਹੈ। ਫਰਦਰ ਪ੍ਰੋਸੈਸ ਹੁੰਦਾ ਹੈ ਤਾਂ ਉਹਦੀ ਇੰਸਟਾਲੇਸ਼ਨ ਸਟਾਰਟ ਹੋ ਜਾਏਗੀ। ਫਿਰ ਉਹਦੇ ਵਿੱਚ ਅਸੀਂ ਡਿਫਰੈਂਟ ਵੈਰਾਈਟੀ ਕ੍ਰੌਪਸ ਜਿਹੜੀਆਂ ਲਗਾਵਾਂਗੇ। ਅਗਰ ਤੁਸੀਂ ਸਾਰੇ ਖਰਚੇ ਕੱਢੋ ਤਾਂ 1 ਏਕੜ ਤੁਹਾਨੂੰ 8 ਲੱਖ ਦੇ ਕਰੀਬ ਛੱਡਦਾ ਹੈ, ਅਗਰ ਤੁਸੀਂ ਪੂਰੀ ਮਿਹਨਤ ਦੇ ਨਾਲ, ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕਰਦੇ ਹੋ। ਅਗਰ ਫਾਰਮਰਸ ਜਿਹੜੇ ਨਵੀਆਂ ਟੈਕਨੀਕਸ ਨੇ, ਜੋ ਨਵੀਆਂ ਟੈਕਨੋਲੋਜੀਜ਼ ਨੇ ਐਗਰੀਕਲਚਰ ਦੇ ਵਿੱਚ, ਇਹਨਾਂ ਨੂੰ ਅਡਾਪਟ ਕਰਦੇ ਆ, ਨੋ ਡਾਊਟ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਫਿਟ ਹੈ। ਤੇ ਬਾਕੀ ਠੀਕ ਆ, ਮਸ਼ਰੂਮ ਦਾ ਫਾਰਮ ਆ ਸਾਡਾ ਹੈ, ਇਹਦੇ ਵਿੱਚ ਮਿਹਨਤ ਹੈਗੀ ਆ। ਮਿਹਨਤ ਕਰੋ ਤੇ ਮਿਹਨਤ ਨੂੰ ਫਲ ਮਿਲਦਾ। ਅਸੀਂ ਜੋ ਵੀ ਜਿੰਨਾ ਵੀ ਪਰਿਵਾਰ ਵਾ ਦਿਨ ਰਾਤ ਲੇਬਰ ਦੇ ਨਾਲ ਸਭ ਅਸੀਂ ਕੰਮ ਕਰਦੇ ਹਾਂ। ਤੇ ਚਲੋ ਹੈ ਲਾਏ ਬੰਦੇ ਆ, ਫਸਲਾਂ ਕਣਕ ਝੋਨੇ ਨਾਲੋਂ ਠੀਕ ਆ। ਇੱਕ ਤਾਂ ਜੇ ਇਹਨਾਂ ਫਸਲਾਂ ਵੱਲ ਹੋ ਜਾਣ ਤੇ ਜਿਹੜਾ ਪਾਣੀ ਦਾ ਪੱਧਰ ਠਾਹ ਜਾਂਦਾ ਵਾ ਇਹ ਨਾ ਜਾਵੇ। ਜੇ ਇੱਦਾਂ ਰਿਹਾ ਤੇ 10-20 ਸਾਲ ਤੱਕ ਇਹ ਰਾਜਸਥਾਨ ਬਣ ਜਾਵੇਗਾ, ਪੰਜਾਬ ਦੇ ਵਿੱਚ ਪਾਣੀ ਨਿੱਤੇ ਰਹੇ। ਇਹ ਸਾਡੇ ਬੱਚੇ ਨੇ ਬਹੁਤ ਵਧੀਆ ਕੰਮ ਕੀਤਾ ਵਾ, ਅਸੀਂ ਇਹਦੇ ਬਹੁਤ ਖੁਸ਼ ਹਾਂ। ਸਕਰੋਲ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਕੁਲਦੀਪ ਸੰਦੀਪਾ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਵੀ ਆਪਣੀ ਰਵਾਇਤੀ ਫਸਲਾਂ ਛੱਡ ਕੇ ਅਦਰ ਫਸਲਾਂ ਜਿਸ ਤਰ੍ਹਾਂ ਮੂੰਗੀ ਦੀ ਆ, ਸੂਰਜਮੁਖੀ ਫਸਲ ਆ ਜਾਂ ਹੋਰ ਫਸਲਾਂ ਵੱਲ ਧਿਆਨ ਦਿੱਤਾ ਜਾਵੇ। ਲੇਕਿਨ ਜਿਹੜੇ ਕਿਸਾਨ ਵੀਰ ਆ ਸਿਰਫ ਅੱਜ ਦੀ ਡੇਟ 'ਚ ਵੇਖਿਆ ਜਾਵੇ ਤਾਂ ਬਾਸਮਤੀ, ਝੋਨਾ ਅਤੇ ਸਿਰਫ ਕਣਕ ਦੀ ਖੇਤੀ ਵਿੱਚ ਰੁੱਝੇ ਪਏ ਨੇ, ਜਿਹਦੇ ਕਰਕੇ ਜਿਹੜੀਆਂ ਫਸਲਾਂ ਦੇ ਜਿਹੜੇ ਭਾਅ ਹੁੰਦੇ ਆ ਉਹ ਪੂਰੇ ਘੱਟ ਨਹੀਂ ਮਿਲਦੇ ਤੇ ਜਿਹੜਾ ਲਾਹੇਵੰਦ ਫਸਲ ਜਿਹੜੀ ਨਹੀਂ ਮਿਲਦੀ ਇਹਨਾਂ ਨੂੰ। ਸਰਕਾਰਾਂ ਵੱਲੋਂ ਬਾਰ-ਬਾਰ ਬੇਨਤੀ ਕੀਤੀ ਜਾਂਦੀ ਹੈ ਵੀ ਇਹ ਚੀਜ਼ਾਂ ਨੂੰ ਛੱਡ ਕੇ ਜਿਹੜੀਆਂ ਦੂਜੀਆਂ ਫਸਲਾਂ ਲਗਾਈਆਂ ਜਾਣ। ਤਾਂ ਅੱਜ ਅਸੀਂ ਇਹੋ ਜਿਹੇ ਕਿਸਾਨ ਨਾਲ ਮਿਲਾਵਾਂਗੇ ਜਿਹੜਾ ਅਸੀਂ ਸਫਲ ਕਿਸਾਨ ਜਾਂ ਸਫਲ ਕਾਸ਼ਤਕਾਰ ਕਹਿ ਸਕਦੇ ਆ, ਜਿਨ੍ਹਾਂ ਨੇ ਐਗਰੀਕਲਚਰ ਦੀ ਪੜ੍ਹਾਈ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਵਾ, ਜਿਨ੍ਹਾਂ ਨੇ ਇਸ ਟਾਈਮ 'ਤੇ ਜਿਹੜਾ ਪਿੱਛੇ ਪ੍ਰੋਜੈਕਟ ਵੀ ਦੇ ਸਕਦੇ ਹੋ, ਇਹ ਪ੍ਰੋਜੈਕਟ ਲਗਾਇਆ ਗਿਆ ਜਿੱਥੇ ਨੈੱਟ ਵਾਲਾ ਖੀਰਾ ਤਿਆਰ ਕੀਤਾ ਜਾਂਦਾ ਵਾ, ਜਿਹੜੀ ਕਿ ਸਾਲ ਵਿੱਚ 3 ਵਾਰ ਫਸਲ ਲਈ ਜਾਂਦੀ ਆ, ਜਦ ਕਿ ਜਿਹੜੀ ਦੂਜੀਆਂ ਰਵਾਇਤੀ ਫਸਲਾਂ ਉਹਦੀ ਜਿਹੜੀ ਫਸਲ ਹੁੰਦੀ ਆ ਸਿਰਫ ਸਾਲ 2 ਲਈ ਜਾਂਦੀ ਆ। ਮਗਰ ਤੁਸੀਂ ਦੇਖ ਸਕਦੇ ਹੋ ਇਹ ਮਗਰ ਜਿਹੜੇ ਲੱਗੇ ਪਏ ਨੇ, ਜਿਹੜੇ ਸ਼ੈੱਡ ਬਣੇ ਪਏ ਨੇ, ਇਹਦੇ ਵਿੱਚ ਖੁੰਬਾਂ ਦੀ ਕਾਸ਼ਤਕਾਰ ਜਿਹਨੂੰ ਅਸੀਂ ਮਸ਼ਰੂਮ ਕਹਿੰਦੇ ਆ ਉਹਦੀ ਲਗਾਈ ਜਾ ਰਹੀ ਆ। ਬਿਲਕੁਲ ਸ਼ੈੱਡ ਤਿਆਰ ਕੀਤੇ ਗਏ ਜਿਹਦੇ ਵਿੱਚ ਖੁੰਬਾਂ ਦੀ ਕਾਸ਼ਤਕਾਰ ਕੀਤੀ ਜਾ ਰਹੀ ਆ। ਇਹ ਬਿਲਕੁਲ ਸਾਰਾ ਸ਼ੈੱਡ ਤਿਆਰ ਕੀਤੇ ਜਿਹੜਾ ਇਹਨਾਂ ਨਾਲ ਇੱਕ ਹੋਰ ਪ੍ਰੋਜੈਕਟ ਤਿਆਰ ਕਰਦੇ ਜਲਦੀ ਤਿਆਰ ਹੋ ਰਿਹਾ, ਜਿੱਥੇ 1 ਕਨਾਲ ਵਿੱਚ ਜਿਹੜਾ ਇਸੇ ਤਰ੍ਹਾਂ ਦਾ ਸ਼ੈੱਡ ਤਿਆਰ ਕੀਤਾ ਜਾ ਰਿਹਾ, ਪ੍ਰੋਜੈਕਟ ਲਗਾਇਆ ਜਿੱਥੇ ਨੈੱਟ ਵਾਲਾ ਖੀਰਾ ਤਿਆਰ ਕੀਤਾ ਜਾਵੇਗਾ। ਤਾਂ ਆਓ ਅੱਜ ਉਸੇ ਜਿਹੜੇ ਸਫਲ ਕਿਸਾਨ ਆ, ਜਿਹੜਾ ਸਫਲ ਕਾਸ਼ਤਕਾਰ ਆ, ਅੱਜ ਉਹਨਾਂ ਤੁਹਾਨੂੰ ਰੂਬਰੂ ਕਰਾਉਣੇ ਆ, ਤੁਹਾਨੂੰ ਮਿਲਾਉਣੇ ਆ, ਜਿਨ੍ਹਾਂ ਨੇ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਵਾ ਅਤੇ ਜਿਹੜਾ ਲੋਕਾਂ ਨੂੰ ਵੀ ਨਾਲ ਇੱਕ ਪ੍ਰੇਰਨਾ ਦੇ ਰਹੇ ਨੇ ਵੀ ਕਿਉਂ ਨਾ ਜਿਹੜੇ ਦੂਜੇ ਕਿਸਾਨ ਆ ਜਾਂ ਦੂਜੇ ਜਿਹੜੇ ਕਾਸ਼ਤਕਾਰ ਆ ਉਹ ਇਹ ਚੀਜ਼ਾਂ ਦੀਆਂ ਰਵਾਇਤੀ ਫਸਲ ਛੱਡ ਕੇ ਤਾਂ ਇਸ ਫਸਲਾਂ ਵੱਲ ਜੁੜਨ। ਤਾਂ ਆਓ ਸਵਾਗਤ ਕਰਦੇ ਆ ਵੀਰ ਜੀ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ, ਆਪਣਾ ਨਾਮ ਦੱਸਿਓ ਜੀ। ਜੀ ਮੇਰਾ ਨਾਮ ਅਮੋਲਕ ਸਿੰਘ ਹੈ ਜੀ। ਮੈਂ BSc ਐਗਰੀਕਲਚਰ 골ਡ ਮੈਡਲਿਸਟ ਹੈ, ਹਾਰਟੀਕਲਚਰ MSc ਕੀਤੀ ਹੈ
ਉਸ ਤੋਂ ਬਾਅਦ ਖੇਤੀਬਾੜੀ ਦੇ ਵਿੱਚ ਮਸ਼ਰੂਮ ਫਾਰਮਿੰਗ ਸਟਾਰਟ ਕੀਤੀ ਸੀ ਜਦੋਂ ਐਮਐਸਸੀ ਐਗਰੀਕਲਚਰ ਸਟਾਰਟ ਕੀਤੀ। ਫਿਰ ਨਾਲ ਦੀ ਨਾਲ ਪੋਲੀ ਹਾਊਸ ਲਗਾਇਆ, ਹਾਰਟੀਕਲਚਰਲ ਕ੍ਰੌਪਸ ਉਗਾ ਰਹੇ ਹਾਂ। ਅਸੀਂ ਖੁਸ਼ ਹਾਂ ਜੀ। ਅਮੋਲਕ ਜੀ, ਕਿਵੇਂ ਖਿਆਲ ਹੈ ਵੀ ਆਪਾਂ ਜਿਹੜੀਆਂ ਰਵਾਇਤੀ ਫਸਲਾਂ ਛੱਡ ਕੇ ਤਾਂ ਇਹ ਪੋਲੀ ਹਾਊਸ ਦੀ ਜਿਹੜੀ ਲਗਾਇਆ ਜਾਵੇ? ਜਦੋਂ ਅਸੀਂ ਖੇਤੀਬਾੜੀ ਦੀ ਪੜ੍ਹਾਈ ਕਰ ਰਹੇ ਸੀ, ਬੀਐਸਸੀ ਕੀਤੀ, ਐਮਐਸਸੀ ਕੀਤੀ, ਤਾਂ ਸਾਨੂੰ ਯੂਨੀਵਰਸਿਟੀ ਵੱਲੋਂ, ਕਾਲਜ ਵੱਲੋਂ ਇੱਕ ਰਿਸਰਚ ਪ੍ਰੋਜੈਕਟਸ ਮਿਲਦੇ ਸੀ ਜਿਹਦੇ ਵਿੱਚ ਅਸੀਂ ਸਰਵੇ ਕਰਦੇ ਸੀਗੇ ਕਿਸਾਨਾਂ ਦੀ, ਜਿਹਦੇ ਵਿੱਚ ਲਿਵਿੰਗ ਆਫ ਸਟੈਂਡਰਡ ਦੇਖਦੇ ਸੀ, ਉਹਨਾਂ ਦਾ ਕੀ ਕਰ ਰਹੇ ਨੇ, ਕਿਸ ਤਰ੍ਹਾਂ ਉਗਾ ਰਹੇ ਨੇ, ਅਤੇ ਉਹ ਜੋ ਚੀਜ਼ ਕਰ ਰਹੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਅਸਰ ਹੈ। ਇਸ ਚੀਜ਼ ਤੋਂ ਇਹ ਚੀਜ਼ ਇੱਦਾਂ ਅਹਿਸਾਸ ਹੋਇਆ ਕਿ ਸਾਡੇ ਕੋਲ ਬਹੁਤ ਸਾਰੀਆਂ ਅਪੋਰਚੁਨਿਟੀਜ਼ ਨੇ ਅਗਰ ਅਸੀਂ ਖੇਤੀਬਾੜੀ, ਕਿਉਂਕਿ ਹਰ ਇੱਕ ਡਿਪਾਰਟਮੈਂਟ ਜਿਹੜਾ ਖੇਤੀਬਾੜੀ ਇੱਕ ਕਿੱਤਾ ਆ, ਇਹਦੇ ਵਿੱਚੋਂ ਹੀ ਸਾਰਾ ਰॉ ਮਟੀਰੀਅਲ ਨਿਕਲਦਾ ਆ। ਕੋਈ ਵੀ ਅਸੀਂ ਕਿਸੇ ਫੀਲਡ ਦੀ ਗੱਲ ਕਰੀਏ, ਰॉ ਮਟੀਰੀਅਲ ਐਗਰੀਕਲਚਰ ਤੋਂ ਹੀ ਜਾਂਦਾ ਹੈ। ਇਸ ਕਰਕੇ ਸਾਡੇ ਕੋਲ ਹਾਰਟੀਕਲਚਰ ਫੀਲਡ ਦੇ ਵਿੱਚ ਬਹੁਤ ਸਾਰੀਆਂ ਅਪੋਰਚੁਨਿਟੀਜ਼ ਸੀਗੀਆਂ, ਜਿਹਦੇ ਵਿੱਚੋਂ ਮੈਂ ਐਮਐਸਸੀ ਔਲੈਰੀਕਲਚਰ ਲੈ ਕੇ ਅਤੇ ਹਾਰਟੀਕਲਚਰ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ, ਨਾਲ ਮਸ਼ਰੂਮ ਫਾਰਮਿੰਗ ਸਟਾਰਟ ਕੀਤੀ। ਅਗਰ ਦੇਖਿਆ ਜਾਵੇ ਫਿਰ ਸਰਕਾਰ ਵੱਲੋਂ ਤੁਹਾਨੂੰ ਇਹਦੇ ਬਾਰੇ ਕੀ ਸਹਾਇਤਾ ਕਿੰਨੀ ਕੁ ਮਿਲ ਜਾਂਦੀ ਹੈ? ਸਮੇਂ-ਸਮੇਂ 'ਤੇ ਜੋ ਸਕੀਮ ਆਉਂਦੀਆਂ ਨੇ, ਅਸੀਂ ਹਾਰਟੀਕਲਚਰ ਡਿਪਾਰਟਮੈਂਟ ਦੇ ਨਾਲ ਟਾਈ ਅਪ ਰੱਖਦੇ ਹਾਂ। ਜਦੋਂ ਕੋਈ ਵੀ ਸਕੀਮ ਕੋਈ ਲਾਂਚ ਹੁੰਦੀ ਹੈ ਮਾਰਕੀਟ ਦੇ ਵਿੱਚ, ਉਦੋਂ ਜੋ ਸਾਡੇ HDO ਸਾਹਿਬ ਨੇ, ਹਾਰਟੀਕਲਚਰ ਡਿਵੈਲਪਮੈਂਟ ਆਫਿਸਰ ਕਵਲ ਜਗਦੀਪ ਸਰ, ਉਹ ਸਾਨੂੰ ਇਨਫੋਰਮ ਕਰਦੇ ਨੇ। ਜਿਸ ਤਰ੍ਹਾਂ ਮਸ਼ਰੂਮ ਦੇ ਵਿੱਚ ਜੋ ਟੈਂਪਰੇਰੀ ਸ਼ੈੱਡ ਹੈਗਾ ਹੈ, ਇਹਦੇ ਵਿੱਚ ਅਸੀਂ 2 ਵਾਰ ਸਬਸਿਡੀ ਲੈ ਚੁੱਕੇ ਹਾਂ। ਹੋਰ ਪੋਲੀ ਹਾਊਸ ਲੱਗਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ 50% ਸਬਸਿਡੀ ਮੋਸਟਲੀ ਦਿੱਤੀ ਜਾਂਦੀ ਆ, ਬਟ ਇਹ ਜਿਹੜਾ ਯੂਨਿਟ ਆ, ਇਹਦੇ ਵਿੱਚ ਅਸੀਂ 90% ਅਵੇਲ ਕੀਤੀ ਆ। ਇਹ ਮਤਲਬ ਇਹਦੇ ਵਿੱਚ ਕੁਛ ਸਕੀਮ ਸੀਗੀਆਂ, ਕੁਝ ਯੂਨਿਟ ਸੀਗੇ ਜਿਹੜੇ ਇਸ ਸਕੀਮ ਦੇ ਤਹਿਤ ਮਿਲੇ ਨੇ। ਹਾਰਟੀਕਲਚਰ ਡਿਪਾਰਟਮੈਂਟ ਨੇ ਸਾਨੂੰ ਪਹਿਲ ਦੇ ਆਧਾਰ ਤੇ ਇਹ ਪ੍ਰੋਜੈਕਟ ਦਿੱਤਾ ਹੈ। ਅਮੋਲਕ ਜੀ, ਜਿਹੜਾ ਇਹ ਤੁਸੀਂ ਪੋਲੀ ਹਾਊਸ ਲਗਾਇਆ ਗਿਆ, ਇਹ ਫਿਰ ਕਿੰਨੀ ਜ਼ਮੀਨ 'ਚ ਲਗਾਇਆ ਗਿਆ? ਇਹ 500 ਮੀਟਰ ਸਕੁਏਅਰ ਦੇ ਵਿੱਚ ਲਗਾਇਆ ਹੈ ਜੀ, ਜਿਹਦੇ ਵਿੱਚ ਅਸੀਂ ਹੁਣ 1 ਸਾਲ ਦੇ ਵਿੱਚ 3 ਕ੍ਰੌਪਸ ਲੈ ਰਹੇ ਹਾਂ। ਅਸੀਂ ਫਿਲਹਾਲ ਤਾਂ ਕੁੱਕਰ ਬਿਟਸ ਹੀ ਲੈ ਰਹੇ ਹਾਂ, ਖੀਰਾ ਹੀ। ਹੁਣ ਅੱਗੇ ਅਸੀਂ ਹੋਰ ਪ੍ਰੋਜੈਕਟ ਗਵਰਨਮੈਂਟ ਨੂੰ, ਹਾਰਟੀਕਲਚਰ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਲਿਖ ਕੇ ਦਿੱਤੀ ਆ 1 ਏਕੜ ਦੀ। ਉਹ ਪ੍ਰਪੋਜ਼ਲ ਜਿਹੜਾ ਹੈ ਅਸੈਪਟ ਹੋ ਗਿਆ। ਜਦੋਂ ਉਹਦੇ 'ਤੇ ਅੱਗੇ ਫਰਦਰ ਪ੍ਰੋਸੈਸ ਹੁੰਦਾ ਹੈ ਤਾਂ ਉਹਦੀ ਇੰਸਟਾਲੇਸ਼ਨ ਸਟਾਰਟ ਹੋ ਜਾਏਗੀ। ਫਿਰ ਉਹਦੇ ਵਿੱਚ ਅਸੀਂ ਡਿਫਰੈਂਟ ਵੈਰਾਈਟੀ ਕ੍ਰੌਪਸ ਜਿਹੜੀਆਂ ਲਗਾਵਾਂਗੇ। ਅਮੋਲਕ ਜੀ, ਗੱਲ ਕੀਤੀ ਜਾਵੇ ਲਾਗਤ ਦੀ, ਇਹਦੀ ਕਿੰਨੀ ਕੁ ਲਾਗਤ ਹੁੰਦੀ ਅਤੇ ਪ੍ਰੋਫਿਟੇਬਿਲਿਟੀ ਕਿੰਨੀ ਇਹਦੀ ਹੈਗੀ ਹੈ? ਲਾਗਤ ਤਾਂ ਕੋਈ ਵੀ ਅਸੀਂ ਕੰਮ ਸਟਾਰਟ ਕਰਦੇ ਹਾਂ ਤਾਂ ਮਹਿੰਗਾਈ ਦਾ ਜ਼ਮਾਨਾ ਹੈ ਅਤੇ ਲਾਗਤ ਤਾਂ ਹੁੰਦੀ ਆ। ਇਹਦੇ ਵਿੱਚ ਜਿਸ ਤਰ੍ਹਾਂ ਅਸੀਂ 500 ਮੀਟਰ ਸਕੁਏਅਰ ਦੀ ਗੱਲ ਕਰੀਏ, 5-6 ਲੱਖ ਰੁਪਏ ਦੀ ਇਨਵੈਸਟਮੈਂਟ 500 ਮੀਟਰ ਸਕੁਏਅਰ ਦੀ ਹੁੰਦੀ ਆ। ਇੱਕ ਏਕੜ ਦੇ ਵਿੱਚ 40 ਲੱਖ ਦੀ ਇਨਵੈਸਟਮੈਂਟ ਹੈਗੀ ਆ, ਜਿਹਦੇ ਵਿੱਚੋਂ 50% ਸਬਸਿਡੀ ਦਿੰਦੀ ਆ ਸਾਨੂੰ ਪੰਜਾਬ ਗਵਰਨਮੈਂਟ, ਸੈਂਟਰਲ ਗਵਰਨਮੈਂਟ ਇੱਕ ਐਗਰੀਗੇਟ ਦਿੰਦੀ ਆ, ਜਿਹਦੇ ਵਿੱਚੋਂ 35% ਪੰਜਾਬ ਗਵਰਨਮੈਂਟ ਦਾ ਹੁੰਦਾ, 65% ਸੈਂਟਰਲ ਗਵਰਨਮੈਂਟ ਦਾ ਹੁੰਦਾ। ਤੇ ਪ੍ਰੋਫਿਟ ਕਿੰਨਾ ਕਰਨਾ? ਪ੍ਰੋਫਿਟੇਬਿਲਿਟੀ ਵੇਖੀ ਜਾਵੇ ਤੇ ਜਿੱਦਾਂ ਤੁਸੀਂ ਕਹਿੰਦੇ 3 ਵਾਰੀ ਸਾਲ 'ਚ ਅਸੀਂ ਫਸਲ ਲੈਂਦੇ ਹਾਂ, ਤੇ ਅਗਰ ਅੰਦਾਜ਼ਾ ਲਗਾਇਆ ਜਾਵੇ ਇੱਕ ਵਾਰ ਕਿੰਨੇ ਕੁ ਪ੍ਰੋਫਿਟ ਆ ਜਾਂਦਾ ਇਹਨਾਂ ਨੂੰ? ਇਹ ਤਾਂ ਦੇਖੋ ਮਿਹਨਤ 'ਤੇ ਹੈ। ਇਹ ਇੱਕ ਬੜਾ ਹੀ ਟੈਕਨੀਕਲ ਜਿਹਾ ਕੰਮ ਹੁੰਦਾ ਹੈ। ਇਹਦੇ ਵਿੱਚ ਅਗਰ ਤੁਸੀਂ ਪੂਰੇ ਸੀਰੀਅਸ ਹੋ, ਆਪਣੀਆਂ ਪੂਰਾ 100% ਦੇ ਰਹੇ ਹੋ, ਤਾਂ ਕੋਈ ਇਹਦੇ ਵਿੱਚ ਡਿਫਾਈਨਡ ਫਿਗਰ ਨਹੀਂ ਹੈ, ਤੁਸੀਂ ਜਿੰਨਾ ਵੀ ਇਹਦੇ ਵਿੱਚੋਂ ਕੱਢ ਸਕਦੇ ਹੋ। ਬਟ ਐਵਰੇਜ ਅਸੀਂ ਗੱਲ ਕਰੀਏ ਤਾਂ 1 ਕਨਾਲ ਦੇ 1 ਏਕੜ ਦਾ ਜਿਹੜਾ ਅਸੀਂ ਪੋਲੀ ਹਾਊਸ ਲਗਾਉਂਦੇ ਆ, ਉਹਦੇ ਵਿੱਚੋਂ ਇੱਕ ਕ੍ਰੌਪ ਜਿਹੜੀ ਹੈਗੀ ਆ ਉਹ 4-5 ਲੱਖ ਰੁਪਏ ਦੀ ਹੋ ਜਾਂਦੀ ਆ। ਜੇ ਤੁਸੀਂ 3 ਕ੍ਰੌਪ ਦੀ ਗੱਲ ਕਰਦੇ ਹੋ ਤਾਂ 12-13 ਲੱਖ ਦੀਆਂ ਹੋ ਜਾਂਦੀਆਂ ਨੇ। ਉਹਦੇ ਵਿੱਚੋਂ 4 ਲੱਖ ਰੁਪਇਆ ਤੁਸੀਂ ਕਹਿ ਲਓ ਕਿ ਤੁਹਾਡਾ ਖਰਚਾ ਆ ਗਿਆ ਟੋਟਲ, ਕਿਉਂਕਿ ਇਹ ਇੱਕ ਲੇਬਰੀਅਸ ਕੰਮ ਹੈਗਾ, ਇਹਦੇ ਵਿੱਚ ਲੇਬਰ ਬਹੁਤ ਜ਼ਿਆਦਾ ਲੱਗਦੀ ਆ। ਅਗਰ ਤੁਸੀਂ ਸਾਰੇ ਖਰਚੇ ਕੱਢੋ ਤਾਂ 1 ਏਕੜ ਤੁਹਾਨੂੰ 8 ਲੱਖ ਦੇ ਕਰੀਬ ਛੱਡਦਾ ਹੈ, ਅਗਰ ਤੁਸੀਂ ਪੂਰੀ ਮਿਹਨਤ ਦੇ ਨਾਲ, ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕਰਦੇ ਹੋ।
ਅਗਰ ਅਸੀਂ ਕੰਪੈਰੀਜ਼ਨ ਕਰੀਏ, ਅਗਰ ਅਸੀਂ ਓਪਨ ਫੀਲਡ ਦੀ ਗੱਲ ਕਰੀਏ, ਓਪਨ ਫਸਲਾਂ ਉਗਾਉਂਦੇ ਆ ਜਿਹੜੀਆਂ, ਤਾਂ ਹਾਰਡਲੀ ਸਾਨੂੰ 40-50 ਹਜ਼ਾਰ ਰੁਪਇਆ ਏਕੜ ਦਾ ਬਚਦਾ ਹੈ। ਡਿਫਰੈਂਸ ਤਾਂ ਬਹੁਤ ਹੈ, ਜਿਵੇਂ ਪੋਪੂਲੇਸ਼ਨ ਗਰੋ ਹੋ ਰਹੀ ਆ ਡੇ ਬਾਏ ਡੇ, ਅਤੇ ਲੈਂਡ ਜਿਹੜੀ ਆ ਉਹ ਫਿਕਸ ਐਸਿਡ ਆ ਸਾਡਾ, ਉਹ ਨਹੀਂ ਵੱਧ ਰਹੀ। ਇਸ ਕਰਕੇ ਅਗਰ ਅਸੀਂ ਇੱਦਾਂ ਦੀਆਂ ਟੈਕਨੀਕਸ ਨੂੰ ਅਡੋਪਟ ਕਰਾਂਗੇ ਤਾਂ ਮੇ ਬੀ ਅਸੀਂ ਜਿਹੜੇ ਸਾਡੇ ਫਿਲਹਾਲ ਪੋਪੂਲੇਸ਼ਨ ਦੇ ਕਾਰਨ ਕ੍ਰਾਈਸਿਸ ਜਿਹੜੇ ਅਸੀਂ ਫੇਸ ਕਰ ਰਹੇ ਹਾਂ ਉਹਦੇ 'ਚੋਂ ਅਸੀਂ ਉੱਭਰ ਸਕਦੇ ਹਾਂ। ਸਰਕਾਰ ਵੱਲੋਂ ਜਿਸੋਂ ਇਹਦੀ ਫਸਲ ਆ ਜਾਂਦੀ ਆ, ਸਰਕਾਰ ਵੱਲੋਂ ਕੋਈ ਲੱਗਦਾ ਵੀ ਸਰਕਾਰ ਇਹਦੀ ਪੂਰੀ ਕੀਮਤ ਮਿਲ ਜਾਂਦੀ ਹੈ ਮਾਰਕੀਟ ਵਿੱਚ ਆਪਾਂ ਨੂੰ? ਨਹੀਂ, ਇਹਦੇ ਵਿੱਚ ਗਵਰਨਮੈਂਟ ਦਾ ਕੋਈ ਉਹ ਹੈ ਨਹੀਂ ਆ, ਨਾ ਕੋਈ ਕੰਟਰੀਬਿਊਸ਼ਨ ਹੈਗਾ। ਇਹ ਫਾਰਮਰ ਤੇ ਖੁਦ ਦਾ ਹੀ ਆ ਮੰਡੀਕਰਨ, ਜਿਸ ਤਰ੍ਹਾਂ ਆਮ ਮੰਡੀਜ਼ ਹੁੰਦੀਆਂ ਨੇ। ਹਾਂ, ਮੈਂ ਇਹ ਚੀਜ਼ ਜ਼ਰੂਰ ਕਹਿਣਾ ਚਾਹਾਂਗਾ, ਅਗਰ ਤੁਹਾਡੀ ਕੁਆਲਿਟੀ ਵਧੀਆ ਹੈ, ਤੁਸੀਂ ਪ੍ਰੋਡਿਊਸ ਵਧੀਆ ਆਪਣੀ ਗਰੋ ਕਰ ਰਹੇ ਹੋ, ਜਿਸ ਤਰ੍ਹਾਂ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਕਿ ਇਨਆਰਗੈਨਿਕ ਫਾਰਮਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਕੈਮੀਕਲਸ ਬਹੁਤ ਜ਼ਿਆਦਾ ਯੂਜ਼ ਹੋ ਰਹੇ ਨੇ, ਜਿਹਦੇ ਕਾਰਨ ਡਿਜ਼ੀਜ਼ਸ ਬਹੁਤ ਜ਼ਿਆਦਾ ਸਪਰੈਡ ਹੋ ਰਹੀਆਂ ਨੇ। ਅਗਰ ਅਸੀਂ ਇਨਆਰਗੈਨਿਕ ਨੂੰ ਛੱਡ ਕੇ ਆਰਗੈਨਿਕ ਫਾਰਮਿੰਗ ਕਰਦੇ ਹਾਂ ਤਾਂ ਬਹੁਤ ਸਾਰਾ ਸਕੋਪ ਹੈਗਾ ਇਹਦੇ ਵਿੱਚ ਮਾਰਕੀਟਿੰਗ ਦਾ। ਲੋਕ ਸਾਨੂੰ ਈਜ਼ਲੀ ਸਾਡੀ ਪ੍ਰੋਡਿਊਸ ਨੂੰ ਜਿਹੜਾ ਆ ਉਹ ਪਰਚੇਸ ਕਰਦੇ ਨੇ ਅਗਰ ਅਸੀਂ ਆਰਗੈਨਿਕਲੀ ਚੱਲਦੇ ਹਾਂ। ਅਦਰਵਾਈਜ਼ ਅਗਰ ਅਸੀਂ ਇਨਆਰਗੈਨਿਕ ਕਰਦੇ ਹਾਂ ਤਾਂ ਇਹ ਇੱਕ ਇਸ਼ੂ ਹੈਗਾ ਹੈ ਕਿ ਮਾਰਕੀਟਿੰਗ ਇੱਕ ਡਿਬੇਟੇਬਲ ਕਨਸੈਪਟ ਹੈ। ਜਿਹੜੇ ਕਿਸਾਨ ਆ, ਇਹ ਰਵਾਇਤੀ ਫਸਲਾਂ ਦੇ ਜਿੱਦਾਂ ਝੋਨਾ ਆ ਗਿਆ ਜਾਂ ਕਣਕ ਹੋ ਗਈ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜੀਆਂ ਫਸਲਾਂ ਤੁਸੀਂ ਲਗਾਉਂਦੇ ਪਏ ਹੋ ਇਹ ਜ਼ਿਆਦਾ ਬੈਨੀਫਿਟ ਹੈ ਕਿ ਉਹ 'ਚ ਜ਼ਿਆਦਾ ਬੈਨੀਫਿਟ? ਇਹ ਤੁਸੀਂ ਦੱਸ ਦਿੱਤਾ ਵੀ ਇਹ 'ਚ ਜ਼ਿਆਦਾ ਬੈਨੀਫਿਟ ਹੈਗਾ ਵਾ, ਫਿਰ ਵੀ ਜਿਹੜੇ ਸਾਡੇ ਕਿਸਾਨ ਜਿਹੜੇ ਵੀਰ ਹੈਗੇ ਆ ਉਹ ਅੱਜ ਵੀ ਜਿਹੜੀ ਕਣਕ ਅਤੇ ਝੋਨੇ ਤੱਕ ਸੀਮਿਤ ਰਹਿ ਗਏ ਆ। ਦੇਖੋ, ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਇਹ ਇੱਕ ਟੈਕਨੀਕਲ ਕਨਸੈਪਟ ਹੈਗਾ। ਇਹਦੇ ਵਿੱਚ ਤੁਹਾਨੂੰ ਟੈਕਨੀਕਲ ਗਾਈਡੈਂਸ ਦੀ ਲੋੜ ਹੈ, ਨੋ ਡਾਊਟ। ਅਗਰ ਜਿਸ ਤਰ੍ਹਾਂ ਇੱਕ ਫਾਰਮਰ ਹੈਗਾ ਆ, ਏਜਡ ਫਾਰਮਰ ਆ, ਜਿਵੇਂ ਮੇਰੇ ਪੇਰੈਂਟਸ ਨੇ, ਅਗਰ ਉਹਨਾਂ ਦੇ ਜਿਹੜੇ ਬੱਚੇ ਨੇ ਅੱਗੇ ਉਹ ਵਧੀਆ ਪੜ੍ਹ ਰਹੇ ਨੇ, ਚਾਹੇ ਉਹ ਗ੍ਰੈਜੂਏਸ਼ਨ ਕਰ ਰਹੇ ਨੇ, ਕਿਸੇ ਵੀ ਫੀਲਡ ਦੇ ਵਿੱਚ ਉਹ ਸਟੱਡੀ ਕਰ ਰਹੇ ਨੇ, ਉਹ ਨਵੀਆਂ ਟੈਕਨੀਕਸ ਨੂੰ ਅਡੋਪਟ ਕਰਕੇ ਇਹਨਾਂ ਚੀਜ਼ਾਂ ਨੂੰ ਕਰ ਸਕਦੇ ਨੇ। ਅਗਰ ਵਿਦਆਊਟ ਟੈਕਨੀਕਲ ਅਸਿਸਟੈਂਟ ਕੋਈ ਇਹੋ ਜਿਹਾ ਕੰਮ ਕਰੇਗਾ, ਬਹੁਤ ਸਾਰੇ ਪੰਜਾਬ ਦੇ ਵਿੱਚ ਪ੍ਰੋਜੈਕਟ ਜਿਹੜੇ ਫੇਲ ਹੁੰਦੇ ਨੇ ਅਸੀਂ ਦੇਖਦੇ ਹਾਂ। ਪਿੱਛੇ 3-4 ਸਾਲ ਦਾ ਡੇਟਾ ਅਗਰ ਅਸੀਂ ਦੇਖਦੇ ਹਾਂ ਤੇ ਬਹੁਤ ਸਾਰੇ ਪੋਲੀ ਹਾਊਸਿਸ ਜਿਹੜੇ ਲਗਾਏ ਸੀ ਬਟ ਉਹ ਰਨ ਨਹੀਂ ਕਰ ਸਕੇ ਡਿਊ ਟੂ ਟੈਕਨੀਕਲ ਸਰਵਿਸਿਜ਼, ਕਿਉਂਕਿ ਇਹਦੇ ਵਿੱਚ ਸਾਡੇ ਕੋਲ ਜਿੱਦਾਂ ਸਾਨੂੰ ਇਨਡੋਰ ਇਨਵਾਇਰਨਮੈਂਟ ਅਸੀਂ ਪ੍ਰੋਵਾਈਡ ਕਰਦੇ ਹਾਂ ਕ੍ਰੌਪ ਨੂੰ, ਅਗਰ ਉਹ ਕ੍ਰੌਪ ਲਈ ਫੇਵਰੇਬਲ ਹੈ ਤਾਂ ਉਹ ਡਿਜ਼ੀਜ਼ਸ ਲਈ, ਪੈਸਟ ਲਈ ਵੀ ਓਨਾ ਹੀ ਫੇਵਰੇਬਲ ਆ। ਅਤੇ ਜਿੰਨਾ ਬਾਹਰ ਡਿਜ਼ੀਜ਼ ਮਲਟੀਪਲਾਈ ਕਰਦੀ ਆ ਆਪਣੇ ਆਪ ਨੂੰ, ਇਹਦੇ ਅੰਦਰ 10 ਟਾਈਮਸ ਜ਼ਿਆਦਾ ਮਲਟੀਪਲਾਈ ਕਰਦੀ ਆ। ਇਸ ਕਰਕੇ ਅਗਰ ਅਸੀਂ ਦੇਖੀਏ ਟੈਕਨੀਕਲ ਸਰਵਿਸ ਬਹੁਤ ਜ਼ਰੂਰੀ ਆ। ਜਿਹੜੇ ਅੱਜ ਰਵਾਇਤੀ ਫਸਲਾਂ ਨੇ, ਇਹਨਾਂ ਕਾਰਨ ਫਾਰਮਰਸ ਦਾ ਲਿਵਿੰਗ ਆਫ ਸਟੈਂਡਰਡ ਬੜਾ ਲੋ ਹੈ। ਅਗਰ ਫਾਰਮਰਸ ਜਿਹੜੇ ਨਵੀਆਂ ਟੈਕਨੀਕਸ ਨੇ, ਜੋ ਨਵੀਆਂ ਟੈਕਨੋਲੋਜੀਜ਼ ਨੇ ਐਗਰੀਕਲਚਰ ਦੇ ਵਿੱਚ, ਇਹਨਾਂ ਨੂੰ ਅਡੋਪਟ ਕਰਦੇ ਆ, ਨੋ ਡਾਊਟ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਫਿਟ ਹੈ। ਬਟ ਉਹਨਾਂ ਨੂੰ ਕੇਅਰਫੁਲੀ ਆਪਣਾ 100% ਦੇ ਕੇ, ਕਈ ਵਾਰ ਕੀ ਹੈ ਕਿ ਜਿਸ ਤਰ੍ਹਾਂ ਹੁਣ ਜ਼ਿਆਦਾ ਵੱਡੇ ਫਾਰਮਰਸ ਨੇ, ਉਹਨਾਂ ਦੇ ਕੋਲੋਂ 50 ਏਕੜ 40 ਏਕੜ ਜ਼ਮੀਨ ਹੈ, ਉਹ ਟੋਟਲੀ ਰਿਲਾਈ ਕਰਦੇ ਆ ਲੇਬਰਸ 'ਤੇ। ਬਟ ਇਹ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਵਿੱਚ ਤੁਹਾਡੀ ਖੁਦ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਆ। ਤੁਸੀਂ ਲੇਬਰ ਤੋਂ ਬਿਸਾਈਡ, ਮੈਂ ਹੁਣੇ ਤੁਹਾਨੂੰ ਮੈਂਸ਼ਨ ਕੀਤਾ ਹੈ ਕਿ ਲੇਬਰ ਬਹੁਤ ਜ਼ਿਆਦਾ ਇਹਦੇ ਵਿੱਚ ਯੂਜ਼ ਹੁੰਦੀ ਆ, ਬਟ ਲੇਬਰ ਤੇ ਸੁਪਰਵਿਜ਼ਨ, ਜਿਸ ਤਰ੍ਹਾਂ ਇਹਦੇ ਵਿੱਚ ਟੈਕਨੀਕਲ ਕੰਮ ਹੈਗਾ ਆ, ਅਗਰ ਫਾਰਮਰਸ ਨੂੰ ਖੁਦ ਪਤਾ ਹੋਏਗਾ, ਉਹਦੇ ਕੋਲ ਖੁਦ ਟੈਬੂਲੇਸ਼ਨ ਡਾਟਾ ਹੋਏਗਾ, ਦੈਨ ਉਹ ਲੇਬਰ ਕੋਲੋਂ ਉਹਨਾਂ ਨੂੰ ਗਾਈਡ ਕਰਕੇ, ਉਹਨਾਂ ਨੂੰ ਅਸਿਸਟ ਕਰਕੇ ਕੋਈ ਚੀਜ਼ ਕਰਵਾ ਸਕੇਗਾ। ਅਗਰ ਫਾਰਮਰਸ ਨੂੰ ਖੁਦ ਨਹੀਂ ਪਤਾ ਹੋਏਗਾ ਕਿ ਕਿਹੜੀ ਸਟੇਜ 'ਤੇ ਕੀ ਹੋਣਾ, ਦੈਨ ਲੇਬਰ ਕੋਲੋਂ ਕਿਵੇਂ ਆਪਣਾ ਮੈਨੇਜ ਕਰਵਾਏਗਾ। ਇਸ ਕਰਕੇ ਬਹੁਤ, ਜਿਸ ਤਰ੍ਹਾਂ ਯੂਨੀਵਰਸਿਟੀ ਹੈ, ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ, ਹੋਰ ਵੀ ਐਗਰੀਕਲਚਰ ਇੰਸਟੀਟਿਊਸ਼ਨਸ ਨੇ, ਜਿਸ ਤਰ੍ਹਾਂ ਟ੍ਰੇਨਿੰਗ ਸੈਂਟਰਸ ਨੇ, ਜਿਹੜੇ ਟਾਈਮ ਬਾਏ ਟਾਈਮ ਸਾਨੂੰ ਟ੍ਰੇਨਿੰਗਸ ਪ੍ਰੋਵਾਈਡ ਕਰਦੇ ਨੇ। ਅਤੇ ਉਹ ਜਿਸ ਤਰ੍ਹਾਂ ਹੁਣ ਐਗਰੀਕਲਚਰ ਡਿਪਾਰਟਮੈਂਟ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਫਾਰਮਰਸ ਨੂੰ, ਐਗਰੀਕਲਚਰ ਡਿਪਾਰਟਮੈਂਟਸ, ਹਾਰਟੀਕਲਚਰ ਡਿਪਾਰਟਮੈਂਟਸ ਕਿਉਂ ਨੇ? ਇਹ ਸਾਡੇ ਲਈ ਨੇ, ਸਾਨੂੰ ਇਹਨਾਂ ਦਾ ਯੂਜ਼ ਕਰਨਾ ਚਾਹੀਦਾ ਹੈ। ਇਹ ਬੈਠੇ ਨੇ, ਇਹ ਸਾਡੇ ਲਈ ਹੀ ਨੇ। ਅਸੀਂ ਇਹਨਾਂ ਦੀ ਅਸਿਸਟੈਂਟਸ਼ਿਪ ਨਾਲ ਹੀ ਇਹੋ ਜਿਹੀਆਂ ਚੀਜ਼ਾਂ ਕਰ ਸਕਦੇ ਹਾਂ, ਅਦਰਵਾਈਜ਼ ਇਹ ਪੋਸੀਬਲ ਕਨਸੈਪਟ ਨਹੀਂ ਆ। ਇਸ ਕਰਕੇ ਅਗਰ ਅਸੀਂ ਗੱਲ ਕਰੀਏ ਰਵਾਇਤੀ ਫਸਲਾਂ ਦੀ, ਇਹਦੇ ਵਿੱਚ ਜਿਸ ਤਰ੍ਹਾਂ ਹੁਣ ਗਲਟ ਆ ਜਾਂਦਾ ਆ,
ਪ੍ਰੋਡਿਊਸ ਬਹੁਤ ਜ਼ਿਆਦਾ ਹੋ ਜਾਂਦੀ ਹੈ, ਅੱਗੇ ਸੇਲ ਨਹੀਂ ਹੁੰਦੀ। ਬਟ ਅਗਰ ਤੁਸੀਂ ਵੈਰਾਈਟੀ ਆਫ ਕ੍ਰੌਪਸ ਨੂੰ ਤੁਸੀਂ ਫੋਲੋ ਕਰੋਗੇ, ਕ੍ਰੌਪ ਰੋਟੇਸ਼ਨ ਨੂੰ ਫੋਲੋ ਕਰੋਗੇ, ਤਾਂ ਇਟ ਵਿਲ ਬੀ ਫਾਈਨ, ਤੁਸੀਂ ਵਧੀਆ ਮੈਨੇਜ ਕਰ ਸਕਦੇ ਹੋ ਆਪਣੀ ਲਾਈਫ। ਮਤਲਬ ਕਿ ਜਿਸ ਤਰ੍ਹਾਂ ਅੱਜ ਦੀ ਸਮੇਂ 'ਚ ਵੇਖਿਆ ਜਾਵੇ ਤਾਂ ਜਿਹੜੀ ਰਵਾਇਤੀ ਫਸਲਾਂ ਵਾ ਇਹਦੇ ਉੱਪਰ ਬੜੇ ਹਾਨੀਕਾਰਕ ਸਪਰੇਅ ਵੀ ਹੁੰਦੇ ਆ। ਅਗਰ ਵੈਜੀਟੇਬਲ ਦੀ ਗੱਲ ਕੀਤੀ, ਜੇ ਸਬਜ਼ੀਆਂ ਲਗਾਈਆਂ ਨੇ ਉਹ 'ਤੇ ਵੀ ਬੜੇ ਹਾਨੀਕਾਰਕ ਜਿਹੜੇ ਕਿ ਸਪਰੇਅ ਕੀਤੇ ਜਾਂਦੇ ਆ, ਜੋ ਕਿ ਇਸ ਟਾਈਮ 'ਤੇ ਜਿਹੜੇ ਮਨੁੱਖ ਜਿਹੜੇ ਸਰੀਰ ਬਾਰੇ ਬੜਾ ਖਤਰਨਾਕ ਨੇ। ਕੀ ਕਹਿਣਾ ਚਾਹੋਗੇ ਜਿਹੜੇ ਫਾਰਮਰ ਜਿਹੜੇ ਇਸ ਤਰ੍ਹਾਂ ਕਰਦੇ ਆ ਕਿ ਆਰਗੈਨਿਕ ਵੱਲ ਜਿਹਨਾਂ ਨੂੰ ਮੁੜਨਾ ਚਾਹੀਦਾ ਹੈ, ਕਿਉਂਕਿ ਅੱਜ ਦੀ ਡੇਟ 'ਚ ਲੋੜ ਆ, ਕਿਉਂਕਿ ਅੱਜ ਹਰ ਹਸਪਤਾਲ 'ਚ ਵੇਖਿਆ ਜਾਵੇ ਤਾਂ ਕੋਈ ਨਾ ਕੋਈ ਘਰ 'ਚ ਹਰ ਬੰਦਾ ਇੱਕ ਬਿਮਾਰ ਆ। ਉਹਦਾ ਕਾਰਨ ਕੀ ਆ? ਜਿਹੜੀ ਸਾਡੀਆਂ ਪੈਸਟੀਸਾਈਡ ਜਾਂ ਸਾਡੀ ਜਿਹੜੀਆਂ ਖਤਰਨਾਕ ਜਿਹੜੀਆਂ ਅਸੀਂ ਸਪਰੇਅ ਕਰਦੇ ਹਾਂ। ਬਿਲਕੁਲ ਸਰ, ਇਹਦੇ ਵਿੱਚ ਤਾਂ ਕੰਟਰੀਬਿਊਟ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਪੋਪੂਲੇਸ਼ਨ ਨੂੰ, ਲੋਕਾਂ ਨੂੰ, ਕਿ ਉਹ ਕੀ ਖਾ ਰਹੇ ਨੇ। ਜਿਸ ਤਰ੍ਹਾਂ ਸਾਡੇ ਕੋਲ ਫੈਮਿਲੀ ਡਾਕਟਰ ਹੁੰਦਾ ਹੈ, ਸਾਡਾ ਇੱਕ ਫੈਮਿਲੀ ਫਾਰਮਰ ਹੋਣਾ ਚਾਹੀਦਾ ਹੈ। ਬਿਸਾਈਡ ਅਸੀਂ ਰੇਹੜੀ ਤੋਂ ਕੋਈ ਚੀਜ਼ ਖਰੀਦ ਕੇ ਖਾਈਏ, ਉਹਦੇ ਨਾਲੋਂ ਅਸੀਂ ਆਪਣੇ ਫਾਰਮਰ ਕੋਲੋਂ ਕੋਈ ਚੀਜ਼ ਖਰੀਦ ਕੇ ਖਾਵਾਂਗੇ। ਅਗਰ ਅਸੀਂ ਕੋਈ ਵੀ ਪੋਇਜ਼ਨ ਰਿਲੇਟਡ ਕੋਈ ਇਸ਼ੂ ਫੇਸ ਕਰਦੇ ਹਾਂ, ਕੋਈ ਸਾਨੂੰ ਫੂਡ ਪੋਇਜ਼ਨਿੰਗ ਹੁੰਦੀ ਆ, ਤਾਂ ਜਿਹੜੇ ਫਾਰਮਰ ਕੋਲੋਂ ਅਸੀਂ ਚੀਜ਼ ਲਈ ਆ ਅਸੀਂ ਉਹਨੂੰ ਜਾ ਕੇ ਪੁੱਛ ਸਕਦੇ ਹਾਂ। ਬਟ ਅਸੀਂ ਅਗਰ ਰੇਹੜੀ ਤੋਂ ਚੀਜ਼ ਲਈ ਆ, ਅਸੀਂ ਕਿਹਨੂੰ ਪੁੱਛਾਂਗੇ? ਇਹ ਚੀਜ਼ ਸਭ ਤੋਂ ਪਹਿਲਾਂ ਤਾਂ ਲੋਕਾਂ ਤੋਂ ਸ਼ੁਰੂ ਹੁੰਦੀ ਆ। ਉਹ ਚੀਜ਼ ਨੂੰ ਸਰਚ ਕਰਨਗੇ, ਅਗਰ ਉਹ ਜਦੋਂ ਡਿਮਾਂਡ ਕਰਨਗੇ ਫਾਰਮਰਸ ਕੋਲੋਂ ਕਿ ਸਾਨੂੰ ਆਰਗੈਨਿਕ ਚਾਹੀਦੀ ਆ, ਤਾਂ ਡੈਫੀਨੇਟਲੀ ਇੱਕ ਫਾਰਮਰ ਆ, ਉਹਨਾਂ ਨੂੰ ਜਦੋਂ ਇੱਕ ਫਾਰਮਰ ਨੂੰ ਆਪਣਾ 100% ਮਿਲੂਗਾ ਤਾਂ ਉਹ ਇਸ ਨੂੰ ਫੋਲੋ ਕਰੂਗਾ ਆਰਗੈਨਿਕ ਫਾਰਮਿੰਗ ਨੂੰ। ਅਤੇ ਆਰਗੈਨਿਕ ਫਾਰਮਿੰਗ ਅੱਜ ਦੇ ਦੌਰ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ, ਸਪੈਸ਼ਲੀ ਪੰਜਾਬ ਦੇ ਵਿੱਚ। ਜਿਸ ਤਰ੍ਹਾਂ ਅਸੀਂ ਕੀ ਦੇਖਦੇ ਹਾਂ ਕਿ ਤੁਸੀਂ ਮੈਂਸ਼ਨ ਕੀਤਾ ਕਿ ਬਹੁਤ ਸਾਰੀਆਂ ਹੈਲਥ ਪ੍ਰੋਬਲਮਸ ਹੈਗੀਆਂ ਨੇ। ਜ਼ਿਆਦਾਤਰ ਮੇਜਰ ਇਸ਼ੂ ਜਿਹੜਾ ਚੱਲ ਰਿਹਾ ਆ ਉਹ ਹਾਰਟ ਡਿਜ਼ੀਜ਼ ਦਾ ਆ, ਹਾਂਜੀ, ਜਾਂ ਤੁਸੀਂ ਕਹਿ ਲਓ ਡਿਪਰੈਸ਼ਨ ਆ। ਇੱਕ ਬਹੁਤ ਜ਼ਿਆਦਾ ਮੇਜਰ ਇਸ਼ੂਸ ਨੇ, ਹੈਲਥ ਇਸ਼ੂਸ ਨੇ, ਜਿਹੜੇ ਅੱਜ ਦੇ ਦੌਰ ਦੇ ਵਿੱਚ ਸਾਡੀ ਪਬਲਿਕ ਫੇਸ ਕਰ ਰਹੀ ਆ। ਇਹ ਤਾਂ ਹੀ ਠੀਕ ਹੋ ਸਕਦੇ ਆ ਜੇ ਸਾਡੀ ਡਾਈਟ ਸਹੀ ਹੋਵੇ। ਅਸੀਂ ਕਿੰਨਾ ਜ਼ਿਆਦਾ ਇਨਵੈਸਟ ਕਰਦੇ ਹਾਂ ਆਪਣੇ ਅਦਰ ਫੀਲਡਸ ਦੇ ਵਿੱਚ, ਜਿਸ ਤਰ੍ਹਾਂ ਆਪਣੇ ਕੱਪੜੇ ਵਧੀਆ ਪਾਉਣੇ, ਹਾਂਜੀ, ਕੰਪਿਊਟਰਸ ਲੈਣੇ, ਮੋਬਾਈਲਸ ਵਧੀਆ ਰੱਖਣੇ, ਬਟ ਜਿਹੜਾ ਮੇਨ ਫੈਕਟਰ ਆ ਸਾਡਾ ਹੈਲਥ, ਸਾਡਾ ਸਰੀਰ, ਅਸੀਂ ਜਿੰਨਾ ਲੰਮਾ ਸਮਾਂ ਆਪਣੇ ਸਰੀਰ ਨੂੰ ਸਾਂਭ ਕੇ ਰੱਖਾਂਗੇ ਓਨਾ ਸੁਖੀ ਰਵਾਂਗੇ। ਇਸ ਕਰਕੇ ਆਰਗੈਨਿਕ ਫਾਰਮਿੰਗ ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਸਬਜੈਕਟ ਬਣ ਚੁੱਕਿਆ ਅੱਜ ਦੇ ਟਾਈਮ ਦੇ ਵਿੱਚ। ਮੈਂ ਪਹਿਲਾਂ ਵੀ ਤੁਹਾਨੂੰ ਜਿਵੇਂ ਕਿਹਾ ਕਿ ਇਨਆਰਗੈਨਿਕ ਅੱਜ ਦੇ ਦੌਰ ਦੇ ਵਿੱਚ ਇੱਕ ਵੱਡੀ ਸਿਰਦਰਦੀ ਆ ਐਗਰੀਕਲਚਰ ਡਿਪਾਰਟਮੈਂਟ ਦੇ ਲਈ, ਕਿਉਂਕਿ ਇਹਦੇ 'ਤੇ ਕੋਈ ਕੰਟਰੋਲ ਨਹੀਂ ਹੈ। ਜਿਹੜੇ ਪੈਸਟੀਸਾਈਡ ਬੈਨ ਹੋ ਚੁੱਕੇ ਆ ਉਹ ਵੀ ਯੂਜ਼ ਹੋ ਰਹੇ ਨੇ। ਮੈਂ ਤੁਹਾਡਾ ਧਿਆਨ ਲਿਜਾਣਾ ਚਾਹੁੰਦਾ ਹਾਂ ਕਿ ਇੱਕ ਰਿਫਿਊਜੀ ਫਾਰਮਿੰਗ ਚੱਲ ਰਹੀ ਆ। ਤੁਸੀਂ ਅੱਜ ਦੇ ਦੌਰ ਦੇ ਵਿੱਚ ਦੇਖਿਆ ਹੋਏਗਾ ਕਿ ਬਾਹਰੋਂ ਲੋਕ ਆਉਂਦੇ ਨੇ, ਮੈਂ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਕਿਹੜੇ ਕਮਿਊਨਿਟੀ ਦੇ ਨੇ, ਉਹ ਆਊਟ ਆਫ ਸਟੇਟ 'ਚੋਂ ਉੱਠ ਕੇ ਆਉਂਦੇ ਨੇ ਅਤੇ ਪੰਜਾਬ ਦੇ ਵਿੱਚ ਆ ਕੇ ਸਬਜ਼ੀਆਂ ਉਗਾਉਂਦੇ ਨੇ। ਹੁਣ ਦੇ ਟਾਈਮ 'ਚ ਉਹਨਾਂ ਨੇ ਬਹੁਤ 5-5, 10-10 ਏਕੜ ਠੇਕੇ 'ਤੇ ਲੈ ਲੈਣੀਆਂ ਨੇ। ਅੱਛਾ, ਉਹ ਸਰ ਬਹੁਤ ਜ਼ਿਆਦਾ ਇਨਆਰਗੈਨਿਕ ਯੂਜ਼ ਕਰਦੇ ਨੇ, ਬਹੁਤ ਜ਼ਿਆਦਾ, ਤੁਸੀਂ ਕਹਿ ਲਓ ਲੋੜ ਤੋਂ ਵੱਧ ਕਰਦੇ ਨੇ ਉਹ ਸਭ ਤੋਂ ਜ਼ਿਆਦਾ। ਕਿਉਂਕਿ ਹੁਣ ਅਗਰ ਕੋਈ ਫਾਰਮਰ ਆਪਣੇ ਘਰ ਦੇ ਵਿੱਚ ਰਹਿ ਰਿਹਾ, ਉਹਦੇ ਬੀਵੀ ਬੱਚੇ ਨੇ, ਉਹਦੀ ਫੈਮਿਲੀ ਆ, ਉਹ ਫਿਰ ਵੀ ਕੋਈ ਪਾਪ ਮੈਂ ਇਹ ਨਹੀਂ ਕਹਿ ਰਿਹਾ ਕਿ ਨਹੀਂ ਕਰਦੇ ਜ਼ਰੂਰ ਨੇ, ਬਟ ਫਿਰ ਵੀ ਉਹ ਲਿਮਿਟ ਤੋਂ ਜ਼ਿਆਦਾ ਯੂਜ਼ ਕਰਨ ਲੱਗਾ, ਕਿਤੇ ਨਾ ਕਿਤੇ ਡਰੂਗਾ, ਕਿਉਂਕਿ ਉਹ ਪਰਿਵਾਰ ਦੇ ਵਿੱਚ ਰਹਿ ਰਿਹਾ ਅਤੇ ਰੱਬ ਦਾ ਡਰ ਹੁੰਦਾ। ਬਟ ਜਿਹੜੇ ਇਸ ਤਰ੍ਹਾਂ ਆਉਂਦੇ ਨੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਸਾਡੇ ਪਿਛਲੇ ਸਾਲ ਇੱਥੇ ਉਹ ਬੈਠੇ ਸੀਗੇ ਸਾਡੇ ਪਿੰਡ ਤੋਂ ਪਾਰ, ਉਹਨਾਂ ਦੇ ਸ਼ਾਮ ਨੂੰ ਮੇਰੇ ਕਜ਼ਨ ਬ੍ਰਦਰ ਨੇ ਉਹਨਾਂ ਦੇ ਫੀਲਡ ਦੇ ਵਿੱਚ ਬਹੁਤ ਸਾਰੀਆਂ ਲੇਬਲ ਸੀਗੇ ਜਿਹੜੇ ਕੈਮੀਕਲਸ ਦੇ ਦੇਖੇ ਨੇ, ਜਿਹਦੇ ਵਿੱਚ ਮੋਨੋ ਯੂਜ਼ ਕੀਤੀ ਉਹਨਾਂ ਨੇ, ਬਹੁਤ ਜ਼ਿਆਦਾ ਹੈਲਥ ਲਈ ਬਹੁਤ ਹੀ ਹਾਨੀਕਾਰਕ ਹੈ। ਇਸ ਕਰਕੇ ਆਰਗੈਨਿਕ ਫਾਰਮਿੰਗ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਸਾਡੇ ਨਿਊ ਜਨਰੇਸ਼ਨ ਵਾਸਤੇ। ਜਿਸ ਤਰ੍ਹਾਂ ਸਾਡੇ ਬੱਚੇ ਨੇ, ਬੱਚਿਆਂ ਦੇ ਉੱਤੇ ਅਤੇ ਬਜ਼ੁਰਗਾਂ 'ਤੇ ਜ਼ਿਆਦਾ ਜਲਦੀ, ਇਹਨੂੰ ਅਸੀਂ ਸਲੋ ਪੋਇਜ਼ਨ ਕਹਿ ਸਕਦੇ ਹਾਂ, ਜਾਂ ਅਸੀਂ ਇਹਨੂੰ ਸਵੀਟ ਪੋਇਜ਼ਨ ਕਹਿ ਸਕਦੇ ਹਾਂ, ਕਿਉਂਕਿ ਸਲੋਲੀ ਜਿਸ ਤਰ੍ਹਾਂ ਹੁਣ ਇੱਕ ਫਾਰਮਰ ਹੈਗਾ ਆ, ਉਹ 10 ml ਇਨਸੈਕਟੀਸਾਈਡ ਯੂਜ਼ ਕਰ ਰਿਹਾ ਆ, ਬਟ ਰਿਕਮੈਂਡਡ 1 ml ਹੀ ਆ। ਜਿਹੜਾ 9 ml ਆ ਉਹ ਕਿੱਧਰ ਜਾ ਰਿਹਾ? ਉਹ 50% ਤਾਂ ਸੋਇਲ ਦੇ ਵਿੱਚ ਜਾ ਰਿਹਾ, ਸੋਇਲ ਦੀ ਹੈਲਥ ਖਰਾਬ ਕਰ ਰਿਹਾ। 50% ਉਹ ਫੂਡ ਦੇ ਥਰੂ, ਵੈਜੀਟੇਬਲਸ ਦੇ ਥਰੂ, ਪ੍ਰੋਡਿਊਸ ਦੇ ਥਰੂ ਸਾਡੇ ਵਿੱਚ ਆ ਰਿਹਾ, ਅਤੇ ਸਾਡੇ ਅੰਦਰ ਹੌਲੀ ਹੌਲੀ ਐਕਿਊਮੂਲੇਟ ਹੁੰਦਾ, ਜਿਹਦੇ ਥਰੂ ਸਾਡੇ ਅੰਦਰ ਪੱਥਰੀਆਂ ਬਣਦੀਆਂ ਨੇ, ਰਸੌਲੀਆਂ ਬਣਦੀਆਂ ਨੇ, ਹਾਰਟ ਡਿਜ਼ੀਜ਼ ਹੁੰਦੀਆਂ ਨੇ, ਬਲੱਡ ਕਲੌਟਿੰਗ ਹੋ ਜਾਂਦੀ ਆ, ਬਹੁਤ ਜ਼ਿਆਦਾ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਨੇ। ਇਹਦਾ ਮੇਨ ਕਾਰਨ ਜਿਹੜਾ ਇਹ ਅੱਜ ਕੈਮੀਕਲਸ ਹੀ ਨੇ ਜਿਹੜੇ ਬਹੁਤ ਜ਼ਿਆਦਾ ਓਵਰ ਯੂਜ਼ ਹੋ ਰਹੇ ਨੇ। ਅਗਰ ਮਤਲਬ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਵਿੱਚ
ਜਿੰਨੇ ਸਾਡੇ ਕਿਸਾਨ ਵੀਰ ਹੈ ਉਹਨਾਂ ਦੇ ਕਈ ਬੱਚੇ ਜਿਹੜੇ ਸਾਡਾ ਪੰਜਾਬ ਛੱਡ ਕੇ ਬਾਹਰ ਵਿਦੇਸ਼ਾਂ ਜਾ ਰਹੇ ਨੇ। ਜਿਸ ਤਰ੍ਹਾਂ ਤੁਸੀਂ ਇੱਕ ਸਫਲ ਕਿਸਾਨ ਹੋ, ਇੱਕ ਮਿਹਨਤ ਕਰਕੇ ਪਏ ਹੋ, ਆਪਣੇ ਪਰਿਵਾਰ ਦੇ ਨਾਲ ਜੁੜੇ ਪਏ ਹੋ, ਨਾਲ ਇੱਕ ਪੰਜਾਬ 'ਚ ਰਹਿ ਕੇ ਜਾ ਕੇ ਆਪਣੇ ਘਰ 'ਚ ਰਹਿ ਕੇ ਐਡੀ ਵਧੀਆ ਆਪਣਾ ਤੁਸੀਂ ਫਸਲ ਉਗਾ ਕੇ ਪੈਸੇ ਵੀ ਕਮਾ ਰਹੇ ਹੋ। ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਜਿਹੜੇ ਤਰ ਬਾਹਰ ਜਾ ਰਹੇ ਆ, ਉੱਥੇ ਜਾ ਕੇ ਪੈਸੇ ਵੀ ਲਗਾਉਂਦੇ ਆ, ਬਾਹਰ ਵੀ ਜਾ ਕੇ ਲੋਕਾਂ ਦੀ ਨੌਕਰੀ ਕਰਦੇ ਪਏ ਨੇ, ਜਾਂ ਕਿਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ? ਕੀ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਚਾਹੀਦਾ ਬੱਚਿਆਂ ਨੂੰ ਜਿਹੜੇ ਸਾਡੇ ਜਿਹੜੇ ਸਫਲ ਕਿਸਾਨ ਜਾਂ ਸਾਡੇ ਜਿਹੜੇ ਕਿਸਾਨ ਵੀਰ ਹੈਗੇ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜ ਕੇ, ਕਿਉਂਕਿ ਮਿਹਨਤ ਉੱਥੇ ਵੀ ਕਰਨੀ, ਮਿਹਨਤ ਇੱਥੇ ਵੀ ਕਰਨੀ ਆ, ਫਿਰ ਉੱਥੇ ਜਾ ਕੇ ਮਿਹਨਤ ਕਰਨਾ ਚੰਗਾ ਲੱਗਦਾ, ਇੱਥੇ ਮਿਹਨਤ ਕਰਨਾ ਕਿਉਂ ਚੰਗਾ ਲੱਗਦਾ ਇਹਨਾਂ ਨੂੰ? ਦੇਖੋ, ਇਹ ਚੀਜ਼ ਨਾ ਅੱਜ ਦੇ ਟਾਈਮ ਦੇ ਵਿੱਚ ਬੜੀ ਡਿਬੇਟੇਬਲ ਆ। ਪਹਿਲਾਂ ਤਾਂ ਮੈਂ ਕਹਾਂਗਾ ਕਿ ਜਿਸ ਤਰ੍ਹਾਂ ਪਰਪਸ ਡਿਪੈਂਡ ਕਰਦਾ ਹੈ ਕਿ ਸਟੂਡੈਂਟ ਅਗਰ ਇੱਕ ਕੈਂਡੀਡੇਟ ਆ ਬਾਹਰ ਕਿਉਂ ਜਾ ਰਿਹਾ। ਅਗਰ ਤਾਂ ਉਹ ਵਧੀਆ ਯੂਨੀਵਰਸਿਟੀ ਇੱਕ ਪਲੇਟਫਾਰਮ ਲੱਭ ਰਿਹਾ ਹੈ ਕਿ ਵਧੀਆ ਯੂਨੀਵਰਸਿਟੀ 'ਚ ਜਾ ਕੇ ਉਹਨੇ ਸਟੱਡੀ ਕਰਨੀ ਆ, ਸਟੱਡੀ ਕਰਕੇ ਉਹਨੇ ਚੰਗੀਆਂ ਚੀਜ਼ਾਂ ਨੂੰ ਅਡੋਪਟ ਕਰਕੇ ਨਿਊ ਟੈਕਨੋਲੋਜੀਜ਼, ਉੱਥੋਂ ਦਾ ਇਨਵਾਇਰਨਮੈਂਟ, ਉੱਥੋਂ ਦੀਆਂ ਜੋ ਅਚੀਵਮੈਂਟਸ ਨੇ ਉਹਨੂੰ ਅਗਰ ਉਹ ਵਾਪਸ ਇੱਥੇ ਆ ਕੇ ਅਪਲਾਈ ਕਰ ਰਿਹਾ ਹੈ, ਇੱਥੇ ਸਾਡੀ ਇਕੋਨਮੀ ਨੂੰ ਕੰਟਰੀਬਿਊਟ ਕਰ ਰਿਹਾ, ਤਾਂ ਇਟਸ ਵੈਰੀ ਗੁੱਡ। ਅਗਰ ਉਹ ਉੱਥੇ ਸੈਟਲ ਹੋ ਜਾਂਦਾ ਹੈ ਇੱਥੋਂ ਨੂੰ ਛੱਡ ਕੇ, ਤਾਂ ਇਹ ਇੱਕ ਕੁਆਇਟ ਡਿਫਰੈਂਟ ਚੀਜ਼ ਆ। ਬਟ ਕੀ ਹੈ ਕਿ ਇਹ ਇਕੱਲਾ ਇੱਕ ਅਗਰ ਹੁਣ ਕਿੰਨਿਆਂ ਕੁ 100 ਸਟੂਡੈਂਟ ਆ, ਉਹਦੇ ਵਿੱਚੋਂ 10 ਸਟੂਡੈਂਟ ਦੇ ਕੋਲ ਆਪਣਾ ਇਨਫਰਾਸਟਰਕਚਰ ਇੱਥੇ ਹੋਊਗਾ ਕਿ ਉਹ ਕਰ ਸਕਦਾ। ਬਾਕੀ 90% ਇਹ ਤਾਂ ਇੱਕ ਕਨਸੈਪਟ ਆ ਜਾਂਦਾ ਹੈ ਜਿਹਦੇ ਉੱਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ, ਗਵਰਨਮੈਂਟ ਅਦਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਅਸੀਂ ਇਸ ਚੀਜ਼ ਨੂੰ ਮੈਨੇਜ ਕਰਨਾ ਹੈ। ਅਗਰ ਬੰਦਾ ਇੱਥੇ 100 ਦੇ ਵਿੱਚੋਂ 10 ਬੰਦੇ ਆਏ ਉਹ ਨੇ ਜਿਨ੍ਹਾਂ ਦੇ ਕੋਲ ਖੇਤੀ ਹੈਗੀ ਆ ਇੱਥੇ, ਉਹ ਤਾਂ ਕਰ ਲੈਣਗੇ। ਜਿਹੜੇ 90% ਨੇ ਜਿਨ੍ਹਾਂ ਕੋਲ ਨਹੀਂ ਹੈਗੀ, ਉਹਨਾਂ ਦੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੁੰਦੀ, ਇਸ ਕਰਕੇ ਉਹਨਾਂ ਦੀ ਮਜਬੂਰੀ ਹੁੰਦੀ ਹੈ, ਉਹਨਾਂ ਨੂੰ ਜਾਣਾ ਪੈਂਦਾ। ਬਟ ਮੈਂ ਇਹ ਕਹਾਂਗਾ ਕਿ ਅਗਰ ਤੁਸੀਂ ਜਾਣਦੇ ਹੋ ਜਿਸ ਤਰ੍ਹਾਂ 10 ਜਾਣੇ ਉਹ ਨੇ ਜਿਨ੍ਹਾਂ ਦੇ ਕੋਲ ਇੱਥੇ ਜ਼ਮੀਨ ਹੈ, ਉਹ ਵਧੀਆ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ, ਉੱਥੋਂ ਦੀਆਂ ਨਵੀਆਂ ਟੈਕਨੋਲੋਜੀਜ਼ ਨੂੰ ਸਿੱਖ ਕੇ ਆ ਕੇ ਇੱਥੇ ਅਪਲਾਈ ਕਰਨ ਅਤੇ ਇੱਥੋਂ ਦੇ ਲਿਵਿੰਗ ਸਟੈਂਡਰਡ ਨੂੰ ਹੋਰ ਵਧੀਆ ਕਰਨ, ਇੱਥੋਂ ਦੀ ਇਕੋਨਮੀ ਨੂੰ ਕੰਟਰੀਬਿਊਟ ਕਰ ਸਕਦੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਿਸ ਤਰ੍ਹਾਂ ਮੈਂ ਮੇਰੀ ਵਾਈਫ ਹੈ, ਉਹਨਾਂ ਨੇ ਵੀ ਐਗਰੀਕਲਚਰ ਦੇ ਵਿੱਚ ਸਟੱਡੀ ਕੀਤੀ ਹੋਈ ਆ। ਅਸੀਂ ਇਸ ਚੀਜ਼ ਪ੍ਰੋਜੈਕਟ ਨੂੰ, ਸਾਡਾ ਕੀ ਡਰੀਮ ਹੈ, ਅਸੀਂ ਇਸ ਪ੍ਰੋਜੈਕਟ ਨੂੰ ਇੱਕ ਵਧੀਆ ਲੈਵਲ 'ਤੇ ਲੈ ਕੇ ਜਾਣਾ ਹੈ। ਇਨ ਫਿਊਚਰ ਅਗਰ ਮੈਨੂੰ ਕੋਈ ਓਪਰਚੁਨਿਟੀ ਮਿਲਦੀ ਆ ਕਿ ਮੈਂ ਵਧੀਆ ਯੂਨੀਵਰਸਿਟੀ ਦੇ ਵਿੱਚ ਜਾ ਕੇ ਕੋਈ ਰਿਸਰਚ ਕਰਨ ਦਾ ਮੈਨੂੰ ਮੌਕਾ, ਇੱਕ ਪਲੇਟਫਾਰਮ ਮਿਲਦਾ ਹੈ, ਤਾਂ ਬਟ ਉਹ ਹੋਊਗਾ ਇੱਕ ਲਿਮਿਟਿਡ ਪੀਰੀਅਡ ਲਈ, 4 ਸਾਲ ਲਈ, 3 ਸਾਲ ਲਈ, 2 ਸਾਲ ਲਈ। ਅਗਰ ਕਹੇ ਕਿ ਬੰਦਾ ਇੱਥੋਂ ਛੱਡ ਕੇ ਆਪਣੀ ਧਰਤੀ ਨੂੰ ਉੱਥੇ ਜਾ ਕੇ ਸੈਟਲ ਹੋ ਜਾਂਦਾ ਹੈ, ਵਾਪਸ ਨਹੀਂ ਮੁੜਦਾ, ਤਾਂ ਉਹ ਹਰ ਇੱਕ ਚੀਜ਼ ਦੇ ਨਾਲ ਨਾਲ ਆਪਣੇ ਕਲਚਰ ਨੂੰ ਵੀ ਗਵਾ ਰਿਹਾ। ਇਹ ਚੀਜ਼ ਵਧੀਆ ਨਹੀਂ ਹੈ। ਇਸ ਕਰਕੇ ਬੀਇੰਗ ਅ ਹਿਊਮਨ, ਸਾਨੂੰ ਇਹਨਾਂ ਜਿਹੜੇ ਵਿਰਸੇ ਦੇ ਵਿੱਚ ਸਾਡਾ ਜਨਮ ਹੋਇਆ, ਸਾਨੂੰ ਇਹਨਾਂ ਚੀਜ਼ਾਂ ਨੂੰ ਵੀ ਸਾਂਭਣਾ ਚਾਹੀਦਾ ਹੈ। ਜਿਹੜੇ ਸਟੂਡੈਂਟ ਨੇ ਜਾਂ ਜਿਹੜੇ ਕੈਂਡੀਡੇਟ ਨੇ ਬਾਹਰ ਜਾ ਰਹੇ ਨੇ, ਉਹਨਾਂ ਨੂੰ ਉੱਥੇ ਵਧੀਆ ਸਟੱਡੀ ਕਰਕੇ, ਵਧੀਆ ਚੀਜ਼ਾਂ ਨੂੰ ਅਡੋਪਟ ਕਰਕੇ ਇੱਥੇ ਆ ਕੇ ਇੱਥੇ ਅਪਲਾਈ ਕਰਨਾ ਚਾਹੀਦਾ ਹੈ ਅਤੇ ਆਪਣੇ ਲੋਕਾਂ ਦਾ ਸਾਥ ਦੇਣਾ ਚਾਹੀਦਾ। ਤਾਂ ਸਾਡੇ ਨਾਲ ਸਫਲ ਕਿਸਾਨ ਅਮੋਲਕ ਸਿੰਘ ਦੇ ਪਿਤਾ ਜੀ ਨਾਲ ਮੌਜੂਦ ਨੇ, ਗੱਲਬਾਤ ਕਰਦੇ ਆ। ਪਾਪਾ ਜੀ, ਕਿੱਦਾਂ ਲੱਗਦਾ ਜਿੱਦਾਂ ਤੁਹਾਡਾ ਬੱਚਾ ਕਿੰਨਾ ਵਧੀਆ ਇੱਕ ਪ੍ਰੋਜੈਕਟ ਤਿਆਰ ਕੀਤਾ ਵਾ, ਵਧੀਆ ਸਫਲ ਇੱਕ ਕਿਸਾਨ ਵੀ ਕਹਿ ਸਕਦੇ ਆਪਾਂ, ਲੇਕਿਨ ਵੇਖਿਆ ਜਾਵੇ ਤਾਂ ਤੁਸੀਂ ਪੁਰਾਣੀਆਂ ਰਵਾਇਤੀ ਫਸਲਾਂ ਨਾਲ ਜੁੜੇ ਸੀ, ਕੀ ਲੱਗਦਾ ਉਹ 'ਚ ਤੇ ਉਹ 'ਚ ਡਿਫਰੈਂਟ ਲੱਗਦਾ ਕੋਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬੱਚੇ ਨੇ ਬਹੁਤ ਹੀ ਵਧੀਆ ਪੜ੍ਹਾਈ ਕੀਤੀ, ਐਗਰੀਕਲਚਰ ਗੋਲਡ ਮੈਡਲ, MSc ਵੀ ਕੀਤੀ। ਇਹਨਾਂ ਨੇ ਜਿਹੜਾ ਕੰਮ ਧੰਦਾ ਸ਼ੁਰੂ ਕੀਤਾ, ਅਸੀਂ ਕਣਕ ਝੋਨਾ ਹੀ ਕਰਦੇ ਸੀ। ਅਸੀਂ ਹੁਣ ਬਹੁਤ ਖੁਸ਼ ਹਾਂ। ਅਸੀਂ ਰੋਜ਼ ਨਵੇਂ ਸੂਰਜ ਸੁੱਖ 'ਤੇ ਜਾਂਦੇ ਹਾਂ, 2-3 ਘੰਟਿਆਂ ਦੇ ਵਿੱਚ ਪੈਸੇ ਵੱਟ ਕੇ ਲੈ ਆਉਂਦੇ ਹਾਂ। ਬਹੁਤ ਲਾਹੇਵੰਦ ਧੰਦਾ ਸਾਡਾ। ਇਹ ਮਸ਼ਰੂਮ ਫਾਰਮ ਆ, ਉਹਦੇ ਵਿੱਚ 15-20 ਬੀਬੀਆਂ, 15-20 ਆਦਮੀ ਨੇ ਜਿਹੜੇ ਕੰਮ ਕਰਦੇ ਨੇ, ਜਿਨ੍ਹਾਂ ਨੂੰ ਰੋਜ਼ ਦੀ ਰੋਟੀ ਮਿਲੀ ਆ। ਉਹ ਸਾਡਾ 4-5 ਮਹੀਨੇ ਦਾ ਕੰਮ ਆ। 4-5 ਮਹੀਨੇ ਲੇਬਰ ਸਾਡੇ ਕੋਲ ਪੈਸਾ ਖੜਦੀ ਆ ਆਪਦੇ ਘਰ ਦਾ। ਜਿਹੜੇ ਬੱਚੇ ਨੇ ਪੜ੍ਹਾਈ ਕਰਦੇ ਆ, ਕੋਈ 10ਵੀਂ 'ਚ ਪੜ੍ਹਦਾ, ਕੋਈ 12ਵੀਂ 'ਚ ਪੜ੍ਹਦਾ, ਉਹ ਵੀ ਬੱਚੇ ਸਾਡੇ ਇੱਥੇ ਕੰਮ ਕਰਦੇ ਆ ਅਤੇ ਉਹ ਆਪਦੇ ਪੜ੍ਹਾਈ ਦਾ ਆਪਣਾ ਸਾਰਾ ਜਿਹੜਾ ਭਾਰ ਆ ਉਹ ਆਪਦਾ ਆਪਣੇ ਨਾਲ ਬੋਝ ਚੁੱਕਿਆ ਵਾ। ਅਤੇ ਬਾਕੀ ਠੀਕ ਆ, ਮਸ਼ਰੂਮ ਦਾ ਫਾਰਮ ਆ ਸਾਡਾ ਹੈ। ਇਹਦੇ ਵਿੱਚ ਮਿਹਨਤ ਹੈਗੀ ਆ, ਮਿਹਨਤ ਕਰੋ ਅਤੇ ਮਿਹਨਤ ਨੂੰ ਫਲ ਮਿਲਦਾ। ਅਸੀਂ ਜੋ ਵੀ ਜਿੰਨਾ ਵੀ ਪਰਿਵਾਰ ਵਾ, ਦਿਨ ਰਾਤ ਲੇਬਰ ਦੇ ਨਾਲ ਸਭ ਅਸੀਂ ਕੰਮ ਕਰਦੇ ਹਾਂ। ਇਹ ਸਾਡੇ ਬੱਚੇ ਨੇ ਬਹੁਤ ਵਧੀਆ ਕੰਮ ਕੀਤਾ ਵਾ। ਅਸੀਂ ਇਹਦੇ ਬਹੁਤ ਖੁਸ਼ ਹਾਂ ਅਤੇ ਸਾਨੂੰ ਚਲੋ ਇਹਦੇ ਵਿੱਚ ਕਣਕ ਝੋਨੇ ਨਾਲੋਂ ਸਰਕਾਰਾਂ ਨੂੰ ਚਾਹੀਦਾ ਜਿਹੜੀ ਤੁਸੀਂ ਫਸਲਾਂ ਲਗਾ ਰਹੇ ਹੋ, ਜਿਸ ਤਰ੍ਹਾਂ ਇਹ ਫਸਲ ਹੈਗੀ ਆ, ਕਿਉਂਕਿ ਇਹ ਮੰਡੀਕਰਨ 'ਚ ਨਹੀਂ ਆਉਂਦੀ, ਕਿ ਚਾਹੀਦਾ ਸਰਕਾਰ ਨੂੰ ਇਹਨਾਂ ਵਿੱਚ ਕੋਈ ਨਾ ਕੋਈ ਇਹੋ ਜਿਹਾ ਪਲਾਨ ਕੀਤਾ ਜਾਵੇ ਤਾਂ ਜੋ ਇਹਦੀ ਸਾਨੂੰ ਪੂਰੀ ਜਿਹੜੀ ਕੀਮਤ ਮਿਲੇ। ਇਹ ਵੇਖੋ ਜੀ, ਇਹਦਾ ਮੰਡੀਕਰਨ ਤੇ ਕੋਈ ਹੈ ਨਹੀਂ, ਨਾ ਕੋਈ ਸਰਕਾਰਾਂ ਇੱਧਰ ਧਿਆਨ ਨਹੀਂ ਦਿੰਦੀਆਂ।
ਜਿਸ ਤਰ੍ਹਾਂ ਕਣਕ ਝੋਨੇ ਦੀ ਐਮਐਸਸੀ ਆ ਇਹਦੀ ਵੀ ਹੋਵੇ ਤੇ ਸਭ ਲੋਕ ਇਸੇ ਬੰਨੇ ਕਣਕ ਝੋਨਾ ਛੱਡ ਕੇ ਇਸੇ ਬੰਨੇ ਹੋ ਜਾਣ। ਹੁਣ ਕਣਕ ਝੋਨੇ ਦਾ ਪਤਾ ਵੀ ਇੰਨੇ ਪੈਸੇ ਵੱਟ ਲੈਣੇ ਆ। ਇਹ ਜਿਹੜਾ ਮੰਡੀਕਰਨ ਆ ਕਈ ਵਾਰੀ ਜਾਂਦਿਆਂ ਤੇ ਚੰਗਾ ਭਾਅ ਲੱਗ ਜਾਂਦਾ ਵਾ, ਕਈ ਵਾਰੀ ਨਹੀਂ ਲੱਗਦਾ। ਇਹਦੇ ਤੋਂ ਜਰਾ ਕੁ ਪਰੇਸ਼ਾਨੀ, ਇਹਦਾ ਮੰਡੀਕਰਨ ਹੈ ਨਹੀਂ। ਸਰਕਾਰ ਨੂੰ ਇਹਨਾਂ ਦਾ ਮੰਡੀਕਰਨ ਕਰਨਾ ਚਾਹੀਦਾ। ਜਿਹੜੇ ਦੂਜੇ ਤੁਹਾਡੇ ਕਿਸਾਨ ਵੀਰ ਹੈਗੇ ਜਿਹੜੇ ਫਸਲ ਉਗਾਉਂਦੇ ਵਾਧੀ ਫਸਲ ਉਗਾਉਂਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਉਹਨਾਂ ਨੂੰ ਵੀ ਇਹੋ ਕਹਿਣਾ ਚਾਹੁੰਦੇ ਹਾਂ ਵੀ ਕਣਕ ਝੋਨੇ ਛੱਡ ਕੇ ਤੇ ਚਲੋ ਤੁਹਾਡੇ ਬੱਚੇ ਆ ਉਹਨਾਂ ਨੂੰ ਉੱਧਰ ਲਾਓ, ਇਹ ਫਸਲਾਂ ਗਾਓ। ਤੇ ਪਰ ਸਰਕਾਰ ਗਾੜੀ ਕੋਈ ਇਹਨਾਂ ਦਾ ਕੋਈ ਰੇਟ ਵੱਜਾ ਹੋਵੇ ਤੇ ਫਿਰ ਸਭ ਲੋਕ ਇੱਧਰ ਨੂੰ ਹੋਣ। ਇਹ ਤੇ ਕਿਸਮਤ ਆ ਜੀ, ਅੱਜ 10 ਵੱਟ ਲਿਆਂਦੇ, ਕੱਲ੍ਹ ਘੱਟ ਵੱਟ ਲਿਆਂਦੇ ਤੇ ਚਲੋ ਐ ਲਾਏ ਬੰਦੇ ਆ ਫਸਲਾਂ ਕਣਕ ਝੋਨੇ ਨਾਲੋਂ ਠੀਕ ਆ। ਇੱਕ ਤੇ ਜੇ ਇਹਨਾਂ ਫਸਲਾਂ ਵੱਲ ਹੋ ਜਾਣ ਤੇ ਜਿਹੜਾ ਪਾਣੀ ਦਾ ਪੱਧਰ ਠਾਹ ਜਾਂਦਾ ਵਾ ਇਹ ਨਾ ਜਾਵੇ। ਜੇ ਇਦਾਂ ਰਿਹਾ ਤੇ 10-20 ਸਾਲ ਤੱਕ ਇਹ ਰਾਜਸਥਾਨ ਬਣ ਜਾਵੇਗਾ, ਪੰਜਾਬ ਦੇ ਵਿੱਚ ਪਾਣੀ ਨਿੱਤੇ ਰਹੇਗਾ। ਇਹ ਸਨ ਅਮੋਲਕ ਦੀਪ ਜਿਹੜੇ ਐਗਰੀਕਲ ਵਿਭਾਗ ਵਿੱਚ ਜਿਨ੍ਹਾਂ ਨੇ ਪੜ੍ਹਾਈ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਤੇ ਇੱਕ ਸਫਲ ਕਿਸਾਨ ਵੱਲੋਂ ਆਪਣੇ ਪਰਿਵਾਰ ਨਾਲ ਰਹਿ ਕੇ ਹੀ, ਆਪਣੇ ਪਿਤਾ ਜੀ ਨਾਲ ਰਹਿ ਕੇ, ਆਪਣੇ ਪਰਿਵਾਰ ਨਾਲ ਰਹਿ ਕੇ ਇੱਕ ਸ਼ੈੱਡ ਲਗਾਇਆ ਗਿਆ ਜਿਹਦੇ ਵਿੱਚ ਖੀਰਾ ਤਿਆਰ ਕੀਤਾ ਜਾਂਦਾ, ਜਿਹਨੂੰ ਅਸੀਂ ਨੈੱਟ ਵਾਲਾ ਖੀਰਾ ਕਹਿੰਦੇ ਆ। ਨਾਲ ਹੀ ਮਸ਼ਰੂਮ ਪੈਦਾ ਕੀਤੀ ਜਾ ਰਹੀ ਆ। ਦੂਜੇ ਕਿਸਾਨਾਂ ਨੂੰ ਬੇਨਤੀ ਕੀਤੀ ਕਰਦੇ ਪਏ ਨੇ ਵੀ ਜਿਹੜੇ ਜ਼ਹਿਰੀਲੀਆਂ ਦਵਾਈਆਂ ਪਾਉਂਦੇ ਪਏ, ਜਿਹਦੇ ਕਰਕੇ ਸਾਨੂੰ ਅਸੀਂ ਭਿਆਨਕ ਬਿਮਾਰੀ ਦੇ ਸ਼ਿਕਾਰ ਹੁੰਦੇ ਪਏ ਆ। ਉਹ ਦਵਾਈਆਂ ਛੱਡ ਕੇ ਔਰਗੈਨਿਕ ਖੇਤੀ ਵੱਲ ਜੁੜੀਏ। ਇਹ ਹੋ ਸਕਦਾ ਵਾ ਵੀ ਥੋੜ੍ਹਾ ਮੁਨਾਫਾ ਘੱਟ ਆਵੇ, ਲੇਕਿਨ ਇਹ ਹੋ ਸਕਦਾ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਇੱਕ ਚੰਗਾ ਇੱਕ ਸੇਧ ਮਿਲ ਸਕਦੀ ਹੈ। ਕਿਉਂਕਿ ਅੱਜ ਦੀ ਅਗਰ ਗੱਲ ਕੀਤੀ ਅੱਜ ਦੇ ਬੱਚੇ ਅਗਰ ਕੋਈ ਛੋਟਾ ਬੱਚਾ ਵੇਖੇ ਤਾਂ ਉਹਨੂੰ ਵੀ ਜੌਂਡਿਸ ਹੁੰਦਾ। ਜੰਮਦੇ ਬੱਚੇ ਨੂੰ ਪੀਲੀਆ ਹੋ ਰਿਹਾ, ਜੰਮਦੇ ਜੌਂਡਿਸ ਹੋ ਰਿਹਾ ਵਾ, ਕਿਸੇ ਨੂੰ ਪੱਥਰੀ ਹੋ ਰਹੀ ਆ, ਕਿਸੇ ਨੂੰ ਕੁਝ ਬਿਮਾਰੀ ਹੋ ਰਹੀ ਆ। ਲੇਕਿਨ ਸਾਡੇ ਜਿਹੜੇ ਕਿਸਾਨ ਵੀਰ ਆ ਇਹ ਆਪਣਾ ਫਾਇਦਾ ਲੈਣ ਵਾਸਤੇ ਜਿਹੜੀਆਂ ਜਾਂ ਸਬਜ਼ੀਆਂ ਵਿੱਚ ਜਾਂ ਪੈਲੀਆਂ ਵਿੱਚ ਇਹ ਆਪਣਾ ਪੈਸਟੀਸਾਈਡ ਦਾ ਜਿਹੜਾ ਇਸਤੇਮਾਲ ਕਰਦੇ ਨੇ ਆ। ਨਾਲ ਹੀ ਸਰਦਾਰ ਮੋਹਨ ਸਿੰਘ ਜੋ ਕਿ ਮੋਦੀ ਦੇ ਪਿਤਾ ਜੀ ਨੇ ਇਹਨਾਂ ਵੀ ਗੱਲ ਕੀਤੀ ਵੀ ਸਰਕਾਰਾਂ ਨੂੰ ਚਾਹੀਦਾ ਜਿਹੜੇ ਕਿਸਾਨ ਇਹਨਾਂ ਲਾਹੇਵੰਦ ਜਿਹੜੀਆਂ ਰਵਾਇਤੀ ਫਸਲਾਂ ਛੱਡ ਕੇ ਦੂਜੀਆਂ ਫਸਲਾਂ ਵੱਲ ਧਿਆਨ ਦੇ ਰਹੇ ਆ, ਲਾ ਰਹੇ ਆ, ਉਹਨਾਂ ਵੱਲ ਇਹਨਾਂ ਦੀ ਜਿਹੜੀਆਂ ਫਸਲਾਂ ਵਾ ਇਹਨਾਂ ਧਿਆਨ ਦਿੱਤਾ ਜਾਵੇ ਤਾਂ ਜੋ ਜਿਹੜਾ ਇਹਨਾਂ ਦਾ ਪੂਰਾ ਮੁਨਾਫਾ ਮਿਲੇ ਤੇ ਜਿਹੜੇ ਦੂਜੇ ਕਿਸਾਨ ਆ ਉਹ ਵੀ ਜੁੜਨ। ਨਾਲ ਹੀ ਇਹ ਗੱਲਬਾਤ ਕੀਤੀ ਹੈ ਵੀ ਜਿਹੜੇ ਵੀਰ ਜਿਹੜੇ ਬਾਹਰ ਜਾ ਰਹੇ ਆ, ਬਾਹਰ ਜਾ ਕੇ ਵੀ ਆਪਾਂ ਪੈਸੇ ਲਗਾ ਕੇ ਬਾਹਰ ਜਾ ਰਹੇ ਹਾਂ, ਲੇਕਿਨ ਅਗਰ ਮਿਹਨਤ ਕੀਤੀ ਜਾਵੇ ਪੰਜਾਬ ਵਿੱਚ ਹੀ ਬੜਾ ਕੁਛ ਹੈਗਾ ਵਾ। ਆਪਣੇ ਖੇਤਾਂ ਵਿੱਚ ਅਸੀਂ ਸੋਨਾ ਉਗਾ ਸਕਦੇ ਹਾਂ, ਇੱਕ ਸਫਲ ਕਿਸਾਨ ਬਣ ਸਕਦੇ ਹਾਂ। ਤਾਂ ਸਾਡਾ ਇਹ ਪ੍ਰੋਗਰਾਮ ਕਿਸ ਲੱਗਾ ਸਾਨੂੰ ਲਾਈਕ ਕਮੈਂਟ ਸ਼ੇਅਰ ਕਰ ਜ਼ਰੂਰ ਦੱਸਿਓ। ਫਿਲਹਾਲ ਤੁਸੀਂ ਦੇਖਦੇ ਰਹੋ ਸਕਰੋਲ ਪੰਜਾਬ। ਮੈਂ ਹਾਂ ਕੁਲਦੀਪ ਸੰਦੀਪਾ, ਤਰਨਤਾਰਨ।